Niranjan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪਹਿਲਾ। ਗੁਰ ਪ੍ਰਸਾਦੀ ਬੂਝ ਲੇ ਤਉ ਹੋਏ ਨਿਬੇਰਾ, ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ। ਗੁਰੂ ਜੀ ਕਹਿੰਦੇ ਕਿ ਜੇਕਰ ਤੂੰ ਗੁਰੂ ਦੀ ਸਿੱਖਿਆ ਚੋਂ ਇਹ ਗੱਲ ਸਮਝ ਲਏ, ਗੁਰ ਪ੍ਰਸਾਦੀ ਬੂਝ ਲੇ ਕਿ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ, ਕਿ ਜਿਹੜਾ ਨਿਰੰਜਨ ਪਰਮਾਤਮਾ ਹਰ ਜੀਵ ਦੇ ਹਿਰਦੇ ਦੇ ਵਿੱਚ ਵਸਦਾ ਹੈ, ਹਿਰਦੇ ਘਰ ਦੇ ਵਿੱਚ ਵਸਦਾ ਹੈ, ਉਹ ਮੇਰਾ ਵੀ ਮਾਲਕ ਹੈ। ਜੇਕਰ ਤੂੰ ਗੁਰੂ ਦੀ ਸਿੱਖਿਆ ਚੋਂ ਇਹ ਗੱਲ ਸਮਝ ਲਏ, ਤਉ ਹੋਏ ਨਿਬੇਰਾ, ਤਾਂ ਮਾਇਆ ਦੇ ਪ੍ਰਭਾਵ ਤੋਂ ਤੇਰੀ ਮੁਕਤੀ ਹੋ ਸਕਦੀ ਹੈ, ਖਲਾਸੀ ਹੋ ਸਕਦੀ ਹੈ। ਬਿਨ ਗੁਰ ਸ਼ਬਦ ਨਾ ਛੁਟੀਐ ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਓ। ਮਾਇਆ ਦੇ ਪ੍ਰਭਾਵ ਤੋਂ ਗੁਰੂ ਦੇ ਸ਼ਬਦ ਦੇ ਲੜ ਲੱਗਿਆਂ ਤੋਂ ਬਿਨਾ ਬਚਿਆ ਨਹੀਂ ਜਾ ਸਕਦਾ, ਛੁੱਟਿਆ ਨਹੀਂ ਜਾ ਸਕਦਾ। ਬਿਨ ਗੁਰ ਸ਼ਬਦ ਨਾ ਛੁੱਟੀਐ ਦੇਖੋ ਵਿਚਾਰਾ, ਕਹਿੰਦੇ ਭਾਵੇਂ ਵਿਚਾਰ ਕਰਕੇ ਵੇਖ ਲਵੋ। ਗੁਰੂ ਦੇ ਲੜ ਲੱਗਣ ਤੋਂ ਬਿਨਾ ਹੋਰ ਬੇਸ਼ੱਕ ਤੁਸੀਂ ਲੱਖ ਕਰਮ ਕਾਂਡ ਜਾਂ ਧਾਰਮਿਕ ਕਾਰਜ ਕਰ ਲਵੋ, ਮਨ ਦੇ ਉੱਪਰ ਪਿਆ ਹੋਇਆ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੁੰਦਾ। ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ, ਗੁਰੂ ਤੋਂ ਬਿਨਾ ਮਨ ਦੇ ਅੰਦਰ ਹਨੇਰਾ ਹੀ ਰਹਿੰਦਾ ਹੈ। ਅੰਧੇ ਅਕਲੀ ਬਾਹਰੇ ਕਿਆ ਤਿਨ ਸਿਓ ਕਹੀਐ, ਬਿਨ ਗੁਰ ਪੰਥ ਨਾ ਸੂਝਈ ਕਿਤ ਵਿਦ ਨਿਰਵਹੀਐ। ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਿਆ ਕਰ ਦਿੱਤਾ ਹੈ, ਜਿਨ੍ਹਾਂ ਦੀ ਅਕਲ ਮਾਇਆ ਨੇ ਖੋਹ ਲਈ ਹੈ, ਉਹਨਾਂ ਨੂੰ ਅਸੀਂ ਕੀ ਕਹੀਏ। ਅੰਧੇ ਅਕਲੀ ਬਾਹਰੇ ਕਿਆ ਤਿਨ ਸਿਓ ਕਹੀਐ। ਅਸਲ ਗੱਲ ਤਾਂ ਇਹ ਹੈ ਕਿ ਗੁਰੂ ਤੋਂ ਬਿਨਾ ਜੀਵਨ ਦਾ ਅਸਲ ਮਨੋਰਥ ਸਮਝ ਦੇ ਵਿੱਚ ਨਹੀਂ ਪੈਂਦਾ। ਬਿਨ ਗੁਰ ਪੰਥ ਨਾ ਸੁਝਈ ਕਿਤ ਵਿਦ ਨਿਰਵਹੀਐ। ਤੇ ਜਿਹੜੇ ਅੰਨੇ ਮਨੁੱਖ ਹਨ, ਜਿਹੜੇ ਗੁਰੂ ਦੇ ਲੜ ਨਹੀਂ ਲੱਗੇ ਹੋਏ ਹਨ, ਉਹਨਾਂ ਨੂੰ ਜੀਵਨ ਦੇ ਸਹੀ ਰਸਤੇ ਦੀ ਸੂਝ ਨਹੀਂ ਹੈ, ਤਾਂ ਗੁਰੂ ਜੀ ਕਹਿੰਦੇ ਕਿ ਉਹਨਾਂ ਨਾਲ ਕਿਹੜੀ ਵਿਧੀ ਦੇ ਨਾਲ ਨਜਿੱਠਿਆ ਜਾਏ। ਉਹਨਾਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ। ਜਦੋਂ ਪਰਮਾਤਮਾ ਦੀ ਉਹਨਾਂ ਤੇ ਮਿਹਰ ਹੋਈ ਤਾਂ ਉਹ ਆਪਣੇ ਆਪ ਹੀ ਗੁਰੂ ਦੇ ਲੜ ਲੱਗ ਜਾਣਗੇ। ਅਗਲੀਆਂ ਪੰਕਤੀਆਂ ਦੇ ਵਿੱਚ ਇਸ ਜਗਤ ਦੀ ਗੱਲ ਕੀਤੀ ਗਈ ਹੈ ਕਿ ਕਿਵੇਂ ਇਹ ਜਗਤ ਜੋ ਹੈ ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਤੇ ਦੁਨਿਆਵੀ ਮੋਹ ਦੇ ਵਿੱਚ ਲੱਗੇ ਹੋਏ ਮਨੁੱਖਾਂ ਨੂੰ ਉੱਤਮ ਮੰਨਦਾ ਹੈ, ਤੇ ਪਰਮਾਤਮਾ ਦੇ ਰਸਤੇ ਤੇ ਚੱਲਦੇ ਹੋਏ ਦੁਨਿਆਵੀ ਮੋਹ ਤੋਂ ਕੁਝ ਹੱਦ ਤੱਕ ਉਦਾਸੀਨ ਹੋਏ ਹੋਏ ਮਨੁੱਖਾਂ ਨੂੰ ਬੇਕਾਰ ਸਮਝਦਾ ਹੈ। ਗੁਰੂ ਜੀ ਕਹਿੰਦੇ ਕਿ ਖੋਟੇ ਕੋ ਖਰਾ ਕਹੈ ਖਰੇ ਸਾਰ ਨਾ ਜਾਣੈ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ। ਜੋ ਦੁਨਿਆਵੀ ਚੀਜ਼ਾਂ ਵਸਤਾਂ ਦਾ ਮੋਹ ਹੈ ਉਹ ਖੋਟਾ ਹੈ, ਉਹ ਸਦਾ ਸਾਡੇ ਨਾਲ ਨਿਭਣ ਵਾਲਾ ਨਹੀਂ ਹੈ, ਪਰ ਇਸ ਜਗਤ ਨੂੰ ਉਹੀ ਚੰਗਾ ਲੱਗਦਾ ਹੈ। ਉਹ ਮੋਹ ਇਸ ਜਗਤ ਨੂੰ ਖਰਾ ਲੱਗਦਾ ਹੈ। ਤੇ ਜੋ ਪ੍ਰਮਾਤਮਾ ਦਾ ਨਾਮ ਸਾਡੇ ਹਿਰਦਿਆਂ ਦੇ ਵਿੱਚ ਵਸਿਆ ਹੋਇਆ ਹੈ, ਜਿਹਦੇ ਲਈ ਸਾਨੂੰ ਮਸ਼ੱਕਤ ਵੀ ਨਹੀਂ ਕਰਨੀ ਪੈਂਦੀ, ਜਿਹੜਾ ਸਾਨੂੰ ਮਨ ਦੀ ਸ਼ਾਂਤੀ ਖੁਸ਼ੀ ਪ੍ਰਦਾਨ ਕਰ ਸਕਦਾ ਹੈ, ਸਹਿਜਤਾ ਸੰਤੋਖ ਪ੍ਰਦਾਨ ਕਰ ਸਕਦਾ ਹੈ, ਉਹਦੀ ਅਸੀਂ ਸਾਰ ਨਹੀਂ ਜਾਣਦੇ, ਉਹਨੂੰ ਅਸੀਂ ਖਰਾ ਨਹੀਂ ਜਾਣਦੇ। ਅਸਲ ਦੇ ਵਿੱਚ ਉਹੀ ਖਰਾ ਧਨ ਹੈ। ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਨੂੰ ਪਾਰਖੂ ਸਮਝਿਆ ਜਾਂਦਾ ਹੈ ਕਿ ਇਹਨੂੰ ਜ਼ਿੰਦਗੀ ਜਿਉਣ ਦਾ ਬੜਾ ਢੰਗ ਆਉਂਦਾ ਹੈ। ਜੇਕਰ ਕੋਈ ਮਨੁੱਖ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਕਰ ਰਿਹਾ ਹੈ, ਉੱਚੀਆਂ ਪਦਵੀਆਂ ਹਾਸਲ ਕਰ ਰਿਹਾ ਹੈ, ਬੜੇ ਪੈਸੇ ਕਮਾ ਰਿਹਾ ਹੈ, ਉਹਨੂੰ ਵੇਖ ਕੇ ਅਸੀਂ ਇਹ ਕਹਿੰਦੇ ਹਾਂ ਕਿ ਜੀਵਨ ਜਿਉਣ ਦਾ ਢੰਗ ਤਾਂ ਇਹਦੇ ਕੋਲ ਹੈ, ਅਸੀਂ ਤੇ ਐਵੇਂ ਗਰੀਬੀ ਦੇ ਵਿੱਚ ਰੁਲਦੇ ਪਏ ਹਾਂ, ਉਹਨੂੰ ਅਸੀਂ ਪਾਰਖੂ ਸਮਝਦੇ ਹਾਂ। ਪਰ ਜੇਕਰ ਅਸੀਂ ਉਹਦੇ ਮਨ ਦੇ ਵਿੱਚ ਝਾਤ ਮਾਰ ਕੇ ਦੇਖੀਏ ਤਾਂ ਕਿਤੇ ਨਾ ਕਿਤੇ ਸਾਨੂੰ ਵਿਚਲਤਾ ਨਜ਼ਰ ਆਏਗੀ।
ਜਿਹੜੇ ਮਨੁੱਖ ਨੂੰ ਉੱਚੀਆਂ ਪਦਵੀਆਂ ਹਾਸਲ ਕਰਨ ਦੀ ਲਾਲਸਾ ਪੈ ਜਾਵੇ ਤਾਂ ਉਹ ਲਾਲਸਾ, ਉਹ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ। ਉਹ ਉੱਚੀ ਪਦਵੀ ਹਾਸਲ ਕਰਨ ਦੇ ਬਾਵਜੂਦ ਵੀ ਅਸ਼ਾਂਤ ਹੁੰਦਾ ਹੈ, ਕਿਉਂਕਿ ਉਹਦੀ ਨਜ਼ਰ ਫਿਰ ਉਸ ਤੋਂ ਅਗਲੀ ਪਦਵੀ ਤੇ ਟਿਕ ਜਾਂਦੀ ਹੈ। ਫਿਰ ਉਹਦੇ ਅੰਦਰ ਉਸ ਪਦਵੀ ਨੂੰ ਪਾਉਣ ਦੇ ਵਲਵਲੇ ਉੱਠਣੇ ਸ਼ੁਰੂ ਹੋ ਜਾਂਦੇ ਨੇ। ਕਲੀ ਕਾਲ ਵਿਡਾਣਾ, ਗੁਰੂ ਜੀ ਕਹਿੰਦੇ ਕਿ ਇਸ ਕਲਯੁਗ ਦੀ ਇਹ ਅਸਚਰਜ ਹੀ ਕਹਾਣੀ ਹੈ। ਸੂਤੇ ਕਉ ਜਾਗਤ ਕਹੈ, ਜਾਗਤ ਕਉ ਸੂਤਾ, ਜੀਵਤ ਕਉ ਮੂਆ ਕਹੈ, ਮੂਏ ਨਹੀਂ ਰੋਤਾ। ਜਿਹੜਾ ਮਨੁੱਖ ਮਾਇਆ ਦੀ ਨੀਂਦ ਸੁੱਤਾ ਹੋਇਆ ਹੈ ਉਹਨੂੰ ਅਸੀਂ ਜਾਗਦਾ ਹੋਇਆ ਮੰਨਦੇ ਹਾਂ, ਤੇ ਜਿਹੜੇ ਪ੍ਰਮਾਤਮਾ ਦੇ ਨਾਮ 'ਚ ਲੱਗੇ ਹੋਏ ਨੇ, ਜਿਹੜੇ ਇਹ ਕਹਿੰਦੇ ਨੇ ਕਿ ਸਾਨੂੰ ਜਿੰਨਾ ਕੁ ਮਿਲ ਰਿਹਾ ਹੈ ਅਸੀਂ ਉਹਦੇ 'ਚ ਖੁਸ਼ ਹਾਂ। ਜੇਕਰ ਪ੍ਰਮਾਤਮਾ ਦੀ ਮਿਹਰ ਹੋਈ, ਸਾਡੇ ਅੰਦਰ ਮਿਹਨਤ ਦਾ ਜਜ਼ਬਾ ਪੈਦਾ ਕਰੇਗਾ, ਅਸੀਂ ਹੋਰ ਜ਼ਿਆਦਾ ਵੀ ਹਾਸਲ ਕਰ ਲਵਾਂਗੇ। ਪਰ ਇਹ ਨਹੀਂ ਹੈ ਕਿ ਜਿੰਨਾ ਸਾਡੇ ਕੋਲ ਹੈ ਉਹਦੇ ਤੋਂ ਅਸੀਂ ਨਿਰਾਸ਼ ਹਾਂ। ਜਿੰਨਾ ਉਹਨਾਂ ਕੋਲ ਹੁੰਦਾ ਹੈ ਉਹਦੇ 'ਚ ਉਹ ਖੁਸ਼ ਹੁੰਦੇ ਨੇ, ਅਗਲਾ ਪਾਉਣ ਦੇ ਲਈ ਮਿਹਨਤ ਜ਼ਰੂਰ ਕਰਦੇ ਨੇ। ਰੱਤੀ ਭਰ ਇੱਕ ਬੜਾ ਬਰੀਕ ਜਿਹਾ ਫਰਕ ਹੈ ਕਿ ਇੱਕ ਮਨੁੱਖ ਜਿਹਨੂੰ ਉੱਚੀਆਂ ਪਦਵੀਆਂ ਜਾਂ ਜ਼ਿਆਦਾ ਪੈਸੇ ਕਮਾਉਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ, ਉਹਦੇ ਕੋਲ ਜਿੰਨਾ ਹੁੰਦਾ ਹੈ ਉਹਦੇ 'ਚੋਂ ਖੁਸ਼ ਨਹੀਂ ਹੁੰਦਾ। ਉਹਨੂੰ ਇਹੀ ਲੱਗਦਾ ਰਹਿੰਦਾ ਹੈ ਕਿ ਮੈਂ ਥੋੜ੍ਹਾ ਜਿਹਾ ਹੋਰ ਕਮਾ ਲਵਾਂ ਜਾਂ ਥੋੜ੍ਹੀ ਜਿਹੀ ਹੋਰ ਉੱਚੀ ਪਦਵੀ ਹਾਸਲ ਕਰ ਲਵਾਂ ਤਾਂ ਮੈਂ ਖੁਸ਼ ਹੋਵਾਂਗਾ। ਪਰ ਜਦੋਂ ਉਹ ਹਾਸਲ ਕਰ ਲੈਂਦਾ ਹੈ ਤਾਂ ਅਗਲੀ ਪੌੜੀ ਵੱਲ ਤੱਕਣ ਲੱਗਦਾ ਹੈ। ਦੂਜੇ ਪਾਸੇ ਜਿਹੜੇ ਮਨੁੱਖ ਹੁੰਦੇ ਨੇ ਉਹਨਾਂ ਕੋਲ ਜੋ ਹੁੰਦਾ ਹੈ ਉਹਦੇ 'ਚ ਉਹ ਪੂਰੀ ਤਰ੍ਹਾਂ ਖੁਸ਼ ਹੁੰਦੇ ਨੇ, ਪਰ ਨਾਲ ਦੀ ਨਾਲ ਅਗਲੀ ਪੌੜੀ ਵਾਸਤੇ ਮਿਹਨਤ ਜ਼ਰੂਰ ਕਰਦੇ ਨੇ। ਉਹਨਾਂ ਦੇ ਅੰਦਰ ਇੱਕ ਲਾਲਸਾ ਨਹੀਂ ਹੁੰਦੀ, ਉਹਨਾਂ ਨੂੰ ਉਨੀ ਤੀਬਰ ਤਾਂਘ ਨਹੀਂ ਹੁੰਦੀ ਕਿ ਉਹ ਮੈਨੂੰ ਮਿਲੇ ਤਾਂ ਮੈਂ ਖੁਸ਼ ਹੋਵਾਂਗਾ। ਉਹਨਾਂ ਅੰਦਰ ਇਹ ਹੁੰਦਾ ਹੈ ਕਿ ਜੋ ਮੈਨੂੰ ਮਿਲਿਆ ਹੋਇਆ ਹੈ ਮੈਂ ਉਹਦੇ ਵਿੱਚ ਵੀ ਖੁਸ਼ ਹਾਂ, ਪਰ ਜ਼ਿੰਦਗੀ ਦਾ, ਜੀਵਨ ਦਾ ਦਸਤੂਰ ਹੈ ਕਿ ਅੱਗੇ ਵਧਣਾ ਪੈਂਦਾ ਹੈ। ਇਹ ਦਸਤੂਰ ਉਸ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ। ਕਦੇ ਮਨੁੱਖ ਜੰਗਲਾਂ 'ਚ ਰਹਿੰਦਾ ਸੀ, ਜਾਨਵਰਾਂ ਦੇ ਵਾਂਗ ਹੀ ਰਹਿੰਦਾ ਸੀ, ਕੋਈ ਲੀੜਾ ਕੱਪੜਾ ਨਹੀਂ ਹੁੰਦਾ ਸੀ, ਕੋਈ ਰਹਿਣ ਨੂੰ ਸੋਹਣੇ ਘਰ-ਬਾਰ ਨਹੀਂ ਹੁੰਦੇ ਸੀ, ਆਵਾਜਾਈ ਦੇ ਸਾਧਨ ਵੀ ਨਹੀਂ ਹੁੰਦੇ ਸੀ। ਜੇਕਰ ਜੀਵਨ ਨੂੰ ਨਿਰੰਤਰ ਰੱਖਣ ਦਾ ਵਰਤਾਰਾ ਉਸ ਪਰਮਾਤਮਾ ਨੇ ਕਾਇਮ ਕੀਤਾ ਹੈ ਤਾਂ ਹੀ ਮਨੁੱਖ ਨੂੰ ਉਹਨੇ ਸੋਝੀ ਬਖਸ਼ੀ, ਤਾਂ ਹੀ ਮਨੁੱਖ ਨੇ ਹੌਲੀ-ਹੌਲੀ ਤਰੱਕੀਆਂ ਕਰ ਕਰਕੇ ਅੱਜ ਜੋ ਸਮਾਨ ਸਾਡੇ ਕੋਲ ਸਾਜੋ ਸਮਾਨ ਹੈ ਉਹ ਤਿਆਰ ਕੀਤਾ। ਤਾਂ ਨਿਰੰਤਰਤਾ ਜਾਂ ਤਰੱਕੀ ਮਾੜੀ ਨਹੀਂ। ਜੋ ਮਾੜਾ ਹੈ ਉਹ ਇਹ ਹੈ ਕਿ ਜੋ ਤੁਹਾਡੇ ਕੋਲ ਹੈ ਜਦੋਂ ਤੁਸੀਂ ਉਹਦੀ ਕਦਰ ਭੁੱਲ ਜਾਂਦੇ ਹੋ। ਜੋ ਹੈ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਤੇ ਨਾਲ-ਨਾਲ ਮਿਹਨਤ ਕਰੀ ਚੱਲੋ, ਉਹਦੇ 'ਚ ਕੋਈ ਹਰਜ ਨਹੀਂ। ਜੀਵਨ ਨੂੰ ਅੱਗੇ ਵਧਾਉਣ ਦੇ ਵਿੱਚ ਕੋਈ ਹਰਜ ਨਹੀਂ, ਬਸ ਉਹਨੂੰ ਇੱਕ ਲਾਲਸਾ ਨਾ ਬਣਾਓ। ਇਸ ਗੱਲ ਦਾ ਧਿਆਨ ਰੱਖੋ। ਪਰ ਇਹ ਜਗਤ ਜੋ ਹੈ ਇਹ ਉਲਟਾ ਹੈ। ਗੁਰੂ ਜੀ ਕਹਿੰਦੇ ਸੂਤੇ ਕਉ ਜਾਗਤ ਕਹੈ, ਜਾਗਤ ਕਉ ਸੂਤਾ, ਜੀਵਤ ਕਉ ਮੂਆ ਕਹੈ, ਮੂਏ ਨਹੀਂ ਰੋਤਾ। ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਆਤਮਿਕ ਤੌਰ ਤੇ ਜੀਵਤ ਹੈ, ਉਹਨੂੰ ਇਹ ਜਗਤ ਮੂਆ ਸਮਝਦਾ ਹੈ। ਜਿਹੜਾ ਮਨੁੱਖ ਜੋ ਉਹਦੇ ਕੋਲ ਹੈ ਉਹਦੇ 'ਚ ਖੁਸ਼ ਹੈ, ਉਹਦੇ ਲਈ ਸਾਡੇ ਜਗਤ ਦੀ ਧਾਰਨਾ ਹੁੰਦੀ ਹੈ ਕਿ ਇਹ ਤੇ ਅੱਗੇ ਵਧ ਹੀ ਨਹੀਂ ਰਿਹਾ, ਸਾਡੇ ਲਈ ਤੇ ਇਹ ਮਰਿਆ ਹੋਇਆ ਹੈ। ਤੇ ਜਿਹੜੇ ਅਸਲ ਦੇ ਵਿੱਚ ਆਤਮਿਕ ਮੌਤੇ ਮਰੇ ਹੁੰਦੇ ਨੇ ਉਹਨਾਂ ਲਈ ਅਫਸੋਸ ਨਹੀਂ ਕਰਦਾ। ਆਵਤ ਕਉ ਜਾਤਾ ਕਹੈ, ਜਾਤੇ ਕਉ ਆਇਆ। ਜੇਕਰ ਕੋਈ ਮਨੁੱਖ ਪਰਮਾਤਮਾ ਦੇ ਰਸਤੇ ਤੇ ਚੱਲਣ ਲੱਗੇ ਤਾਂ ਉਹਨੂੰ ਇਹ ਜਗਤ ਕਹਿੰਦਾ ਕਿ ਇਹ ਤਾਂ ਗਿਆ ਗੁਜ਼ਰਿਆ ਹੈ। ਤੇ ਜਿਹੜੇ ਅਸਲ 'ਚ ਗਏ ਗੁਜ਼ਰੇ ਹੁੰਦੇ ਨੇ, ਜਿਨ੍ਹਾਂ ਦੇ ਮਨ ਅਸ਼ਾਂਤ ਹੁੰਦੇ ਨੇ, ਸਰੀਰਕ ਤੌਰ ਤੇ ਉਹਨਾਂ ਕੋਲ ਬੇਸ਼ੱਕ ਸਭ ਕੁਝ ਮੌਜੂਦ ਹੁੰਦਾ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਹੀ ਰਸਤੇ ਤੇ ਨੇ। ਪਰ ਕੀ ਕਉ ਆਪਣੀ ਕਹੈ, ਆਪਣੋ ਨਹੀਂ ਭਾਇਆ। ਪਰਮਾਤਮਾ ਦਾ ਨਾਮ ਜਿਹੜਾ ਸਾਡੇ ਹਿਰਦਿਆਂ 'ਚ ਆ, ਜਿਹੜਾ ਆਪਣਾ, ਉਹ ਸਾਨੂੰ ਭਾਉਂਦਾ ਨਹੀਂ, ਉਹ ਸਾਨੂੰ ਪਿਆਰਾ ਨਹੀਂ ਲੱਗਦਾ। ਮਾਇਆ ਜਿਹੜੀ ਪਰਾਈ ਹੈ, ਅੱਜ ਹੈ ਕੱਲ੍ਹ ਨੂੰ ਹੋਊਗੀ ਕਿ ਨਹੀਂ ਕੋਈ ਪਤਾ ਨਹੀਂ, ਉਹਨੂੰ ਅਸੀਂ ਆਪਣੀ ਆਪਣੀ ਕਹਿੰਦੇ ਹਾਂ। ਇਹ ਸਾਰੀਆਂ ਉਦਾਹਰਨਾਂ ਦੇ ਰਾਹੀਂ ਗੁਰੂ ਜੀ ਇਸ ਜਗਤ ਦਾ ਹਾਲ ਬਿਆਨ ਕਰ ਰਹੇ। ਅੱਗੇ ਕਹਿੰਦੇ ਨੇ ਕਿ ਮਿੱਠੇ ਕਉ ਕੌੜਾ ਕਹੈ, ਕੌੜੇ ਕਉ ਮਿੱਠਾ। ਪਰਮਾਤਮਾ ਦਾ ਨਾਮ ਰਸ ਜਿਹੜਾ ਸਾਰੇ ਰਸਾਂ ਤੋਂ ਮਿੱਠਾ ਹੈ, ਜੇਕਰ ਤੁਸੀਂ ਉਹਦਾ ਸਵਾਦ ਚੱਖਣਾ ਸਿੱਖ ਲਵੋ ਤਾਂ ਉਹਨੂੰ ਇਹ ਜਗਤ ਕੌੜਾ ਕਹਿੰਦਾ ਹੈ, ਕਿਉਂਕਿ ਜਿਹਨੇ ਇਸ ਨਾਮ ਰਸ ਦਾ ਸਵਾਦ ਚੱਖਿਆ ਨਹੀਂ, ਉਹਨੂੰ ਇਹਦੇ ਸਵਾਦ ਦਾ ਪਤਾ ਹੀ ਨਹੀਂ। ਉਹ ਜਦੋਂ ਪ੍ਰਮਾਤਮਾ ਨੂੰ ਚੇਤੇ ਕਰ ਵੀ ਰਿਹਾ ਹੈ ਤਾਂ ਉਹਨੂੰ ਉਹ ਰਸ ਨਹੀਂ ਮਿਲਦਾ।
ਕਿਉਂਕਿ ਪ੍ਰਮਾਤਮਾ ਨੂੰ ਉਹ ਸਮਝ ਨਹੀਂ ਪਾ ਰਿਹਾ। ਤੇ ਜਦੋਂ ਰਸ ਨਹੀਂ ਮਿਲਦਾ, ਸਵਾਦ ਨਹੀਂ ਆਉਂਦਾ, ਤਾਂ ਉਹਨੂੰ ਉਹ ਰਸ ਕੌੜਾ ਹੀ ਲੱਗਦਾ ਹੈ। ਦੂਜੇ ਪਾਸੇ ਜਦੋਂ ਉਹਦੇ ਕੋਲ ਕੋਈ ਮਾਇਆ ਆਉਂਦੀ ਹੈ, ਜਦੋਂ ਉਹਨੂੰ ਕੋਈ ਤਰੱਕੀ ਮਿਲਦੀ ਹੈ, ਉਹਦਾ ਦਿਲ ਖੁਸ਼ ਹੋ ਜਾਂਦਾ ਹੈ, ਉਹਦੇ 'ਚੋਂ ਸਵਾਦ ਆਉਂਦਾ ਹੈ, ਤਾਂ ਉਹਨੂੰ ਉਹ ਮਿੱਠਾ ਲੱਗਦਾ ਹੈ। ਰਾਤੇ ਕੀ ਨਿੰਦਾ ਕਰੇ ਐਸਾ ਕਲਮ ਹੈ ਡੀਠਾ। ਗੁਰੂ ਜੀ ਕਹਿੰਦੇ ਕਲਯੁਗ ਦੇ ਵਿੱਚ ਅਜਿਹਾ ਦੇਖਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਹੈ, ਇਹ ਜਗਤ ਉਹਦੀ ਨਿੰਦਾ ਕਰਦਾ ਹੈ। ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ। ਚੇਰੀ ਭਾਵ ਮਾਇਆ, ਚੇਰੀ ਤੋਂ ਅਸਲ ਦੇ ਵਿੱਚ ਭਾਵ ਹੈ ਦਾਸੀ, ਤੇ ਇੱਥੇ ਇਹ ਸ਼ਬਦ ਮਾਇਆ ਦੇ ਲਈ ਵਰਤਿਆ ਗਿਆ ਹੈ ਕਿ ਮਾਇਆ ਉਸ ਪਰਮਾਤਮਾ ਦੀ ਦਾਸੀ ਹੈ, ਤੇ ਅਸੀਂ ਉਸ ਦਾਸੀ ਦੀ ਸੇਵਾ ਕਰਦੇ ਹਾਂ। ਜਿਹੜਾ ਉਹਦਾ ਮਾਲਕ ਉਹ ਪਰਮਾਤਮਾ ਹੈ, ਜਿਹਨੇ ਇਹ ਮਾਇਆ ਬਣਾਈ ਹੈ, ਉਹਨੂੰ ਅਸੀਂ ਚੇਤੇ ਦੇ ਵਿੱਚ ਨਹੀਂ ਰੱਖਦੇ, ਉਹਨੂੰ ਅਸੀਂ ਨਹੀਂ ਦੇਖ ਪਾਉਂਦੇ। ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ। ਪੋਖਰ ਨੀਰ ਵਿਰੋਲਿਆ ਮਾਖਣ ਨਹੀਂ ਰੀਸੈ। ਪੋਖਰ ਤੋਂ ਭਾਵ ਛੱਪੜ, ਤੇ ਵਿਰੋਲਿਆ ਤੋਂ ਭਾਵ ਰਿੜਕਣਾ। ਕਹਿੰਦੇ ਜੇ ਛੱਪੜ ਦੇ ਨੀਰ ਨੂੰ ਰਿੜਕੀਏ ਤਾਂ ਉਹਦੇ 'ਚੋਂ ਮੱਖਣ ਨਹੀਂ ਆਉਂਦਾ। ਭਾਵ ਕਿ ਜਿੰਨਾ ਅਸੀਂ ਇਸ ਮਾਇਆ ਦੇ ਮੋਹ ਨੂੰ ਰਿੜਕੀ ਜਾਂਦੇ ਹਾਂ, ਮਾਇਆ ਦੇ ਜਾਲ 'ਚ ਫਸਦੇ ਜਾਂਦੇ ਹਾਂ, ਸੁੱਖ ਪ੍ਰਾਪਤ ਕਰਨ ਦੇ ਲਈ ਅਸੀਂ ਸੁੱਖ ਪ੍ਰਾਪਤ ਨਹੀਂ ਕਰ ਸਕਦੇ, ਭਾਵੇਂ ਜਿੰਨਾ ਮਰਜ਼ੀ ਰਿੜਕੀ ਚੱਲੀਏ। ਸੁੱਖ ਸੰਤੋਖ 'ਚ ਹੀ ਹੈ, ਤੇ ਸੰਤੋਖ ਪਰਮਾਤਮਾ ਦੇ ਨਾਮ ਨਾਲ ਜੁੜਿਆਂ ਹੀ ਹਾਸਲ ਹੁੰਦਾ ਹੈ। ਇਸ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ, ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ। ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਜਿਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲਵੇ, ਅਸਲੇ ਨੂੰ ਪਛਾਣ ਕੇ ਆਪਣੇ ਜੀਵਨ ਦੇ ਅਸਲੀ ਮਨੋਰਥ ਨੂੰ ਬੁੱਝ ਲਏ ਤੇ ਪਰਮ ਪਦ ਪਾ ਲਏ, ਗੁਰੂ ਜੀ ਕਹਿੰਦੇ ਕਿ ਉਹੀ ਮੇਰਾ ਗੁਰੂ ਹੈ। ਤੇ ਇਸ ਗੱਲ ਨੂੰ ਬਕਾਇਦਾ ਗੁਰੂ ਜੀ ਨੇ ਅਮਲੇ ਦੇ ਵਿੱਚ ਲਿਆ ਕੇ ਦਿਖਾਇਆ। ਉਹਨਾਂ ਦੇ ਨਾਲ ਰਹਿੰਦੇ ਰਹਿੰਦੇ ਭਾਈ ਲਹਿਣਾ ਜੀ ਨੇ ਇਸ ਪਦ ਨੂੰ ਪ੍ਰਾਪਤ ਕੀਤਾ, ਤਾਂ ਗੁਰੂ ਜੀ ਨੇ ਉਹਨਾਂ ਨੂੰ ਗੱਦੀ ਸੌਂਪਣ ਦੇ ਵਕਤ ਉਹਨਾਂ ਦੇ ਪੈਰੀਂ ਹੱਥ ਲਗਾ ਕੇ ਉਹਨਾਂ ਨੂੰ ਆਪਣਾ ਗੁਰੂ ਧਾਰਿਆ, ਉਹਨਾਂ ਨੂੰ ਗੁਰੂ ਦੀ ਪਦਵੀ ਦਿੱਤੀ, ਕਿਉਂਕਿ ਉਹਨਾਂ ਨੇ ਉਸ ਪਰਮ ਪਦ ਨੂੰ ਹਾਸਲ ਕਰ ਲਿਆ ਸੀ। ਤੇ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਨੂੰ ਬਕਾਇਦਾ ਸਮਝਿਆ। ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ। ਗੁਰੂ ਜੀ ਕਹਿੰਦੇ ਕਿ ਨਾਨਕ ਉਸ ਪਰਮਾਤਮਾ ਨੂੰ ਪਛਾਣਦਾ ਹੈ ਜਿਹੜਾ ਅਪਰੰਪਾਰ ਹੈ। ਸਭ ਆਪੇ ਆਪ ਵਰਤਦਾ ਆਪੇ ਭਰਮਾਇਆ। ਉਹ ਪਰਮਾਤਮਾ ਇਸ ਜਗਤ ਦੇ ਕਣ ਕਣ ਦੇ ਵਿੱਚ ਆਪ ਹੀ ਵਰਤਦਾ ਹੈ, ਤੇ ਆਪ ਹੀ ਉਹਨੇ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਜਿਹੜੇ ਮਨੁੱਖ ਕੁਰਾਹੇ ਪਏ ਹੋਏ ਨੇ, ਉਹਨਾਂ ਨੂੰ ਵੀ ਉਸ ਪਰਮਾਤਮਾ ਨੇ ਹੀ ਕੁਰਾਹੇ ਪਾਇਆ ਹੈ। ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ। ਗੁਰੂ ਦੀ ਕਿਰਪਾ ਹੋਏ ਤਾਂ ਅਸੀਂ ਇਹ ਬੁੱਝ ਪਾਉਂਦੇ ਹਾਂ ਕਿ ਉਹ ਪਰਮਾਤਮਾ ਸਭ ਥਾਂ ਸਮਾਇਆ ਹੋਇਆ ਹੈ। ਅਗਲਾ ਜੋ ਸ਼ਬਦ ਹੈ ਉਹਦੇ ਵਿੱਚ ਅਪਵਿੱਤਰਤਾ ਜਾਣੀ ਸੂਤਕ ਦੀ ਗੱਲ ਕੀਤੀ ਗਈ ਹੈ। ਹਿੰਦੂ ਧਰਮ ਦੇ ਵਿੱਚ ਇਹ ਇੱਕ ਪ੍ਰਕਿਰਿਆ ਹੈ ਜਾਂ ਵਿਚਾਰ ਹੈ ਕਹਿ ਲਈਏ ਕਿ ਜਦ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਜਾਂ ਫਿਰ ਪਰਿਵਾਰ ਦੇ ਵਿੱਚ ਕੋਈ ਮੌਤ ਹੁੰਦੀ ਹੈ, ਤਾਂ ਕੁਝ ਦਿਨ ਨਿਰਧਾਰਤ ਕੀਤੇ ਗਏ ਨੇ ਜਿਹੜੇ ਅਪਵਿੱਤਰ ਮੰਨੇ ਜਾਂਦੇ ਨੇ। ਇਹਨਾਂ ਨੂੰ ਵੀ ਅੱਗੇ ਵੱਖ-ਵੱਖ ਵਰਨਾਂ ਦੇ ਆਧਾਰ ਤੇ ਨਿਰਧਾਰਤ ਕੀਤਾ ਗਿਆ ਹੈ। ਜਿਸ ਪ੍ਰਕਾਰ ਕਿ ਅਸੀਂ ਸਾਰੇ ਜਾਣੂ ਹਾਂ ਕਿ ਹਿੰਦੂ ਧਰਮ ਦੇ ਵਿੱਚ 4 ਵਰਨ ਬਣਾਏ ਗਏ ਨੇ। ਪਹਿਲੇ ਨੰਬਰ ਤੇ ਬ੍ਰਾਹਮਣ ਹੈ, ਫਿਰ ਖੱਤਰੀ ਹੈ, ਫਿਰ ਵੈਸ਼ਯ ਹੈ, ਤੇ ਫਿਰ ਸ਼ੂਦਰ ਹੈ। ਤਾਂ ਇਹ ਜੋ ਅਪਵਿੱਤਰਤਾ ਦਾ ਸਮਾਂ ਹੈ, ਬ੍ਰਾਹਮਣਾਂ ਦੇ ਲਈ 10 ਦਿਨਾਂ ਦਾ ਹੈ, ਖੱਤਰੀਆਂ ਦੇ ਲਈ 12 ਦਿਨਾਂ ਦਾ ਹੈ, ਵੈਸ਼ਯ ਦੇ ਲਈ 15 ਦਿਨਾਂ ਦਾ, ਤੇ ਸ਼ੂਦਰਾਂ ਦੇ ਲਈ 1 ਮਹੀਨੇ ਦਾ ਹੈ। ਤਾਂ ਇਹ ਜੋ ਸਮੇਂ ਨਿਰਧਾਰਤ ਕੀਤੇ ਗਏ ਨੇ, ਕੋਈ ਬੱਚੇ ਦਾ ਜਨਮ ਹੁੰਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ, ਉਹ ਤੋਂ ਇੰਨੇ ਸਮੇਂ ਤੱਕ ਅਪਵਿੱਤਰ ਮੰਨੇ ਜਾਂਦੇ ਨੇ ਦਿਨ। ਇਸ ਗੱਲ ਨੂੰ ਲੈ ਕੇ ਗੁਰੂ ਜੀ ਨੇ ਇਹ ਸ਼ਬਦ ਲਿਖਿਆ ਹੋਇਆ ਹੈ। ਲਿਖਦੇ ਹਨ, ਰਾਗ ਗੌੜੀ ਗੁਆਰਰੀ ਮਹਿਲਾ ਤੀਜਾ, ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਨ ਕਾ ਸੂਤਕ ਦੂਜਾ ਭਾਉ, ਭਰਮੇ ਭੂਲੇ ਆਵੋ ਜਾਓ। ਤਾਂ ਪਹਿਲੀ ਗੱਲ ਤੇ ਸਾਨੂੰ ਇਹ ਸਮਝਣੀ ਚਾਹੀਦੀ ਹੈ ਕਿ ਇਸ ਸਾਰੇ ਸ਼ਬਦ ਦੇ ਵਿੱਚੋਂ ਗੁਰੂ ਜੀ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹੁੰਦੇ ਨੇ ਕਿ ਇਹ ਸੂਤਕ ਹੋਰ ਕੁਝ ਨਹੀਂ, ਬਲਕਿ ਇਹ ਸਭ ਕੁਝ ਹੈ ਜੋ ਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਦੱਸਿਆ ਹੈ। ਤਾਂ ਪਹਿਲੀ ਗੱਲ ਜੋ ਗੁਰੂ ਜੀ ਕਹਿੰਦੇ ਨੇ ਕਿ ਮਨ ਕਾ ਸੂਤਕ ਦੂਜਾ ਭਾਉ,
ਜੇਕਰ ਅਸੀਂ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਜਾਣੀ ਕਿ ਮਾਇਆ ਦੇ ਪ੍ਰੇਮ ਦੇ ਵਿੱਚ ਪੈਂਦੇ ਹਾਂ ਤਾਂ ਉਹ ਸਾਡੇ ਮਨ ਦੀ ਅਪਵਿੱਤਰਤਾ ਹੈ, ਉਹ ਹੈ ਅਸਲੀ ਸੂਤਕ। ਤੇ ਇਸ ਪ੍ਰਕਾਰ ਅਸੀਂ ਭਰਮਾਂ ਦੇ ਵਿੱਚ ਭੁੱਲੇ ਹੋਏ ਆਉਂਦੇ ਜਾਂਦੇ ਰਹਿੰਦੇ ਹਾਂ, ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਾਂ। ਮਨਮੁਖ ਸੂਤਕ ਕਬੈ ਨਾ ਜਾਏ, ਜਿਚਰ ਸ਼ਬਦ ਨਾ ਭੀਜੈ ਹਰ ਕੈ ਨਾਏ ਰਹਾਉ। ਕਹਿੰਦੇ ਜੋ ਮਨਮੁਖ ਹੈ ਉਹਦਾ ਮਨ ਤੇ ਸਦਾ ਹੀ ਅਪਵਿੱਤਰ ਹੈ, ਉਹਦੇ ਦਿਨਾਂ ਦੀ ਕੋਈ ਬੰਦਸ਼ ਨਹੀਂ ਹੈ। ਤੇ ਮਨਮੁਖ ਦਾ ਇਹ ਸੂਤਕ ਕਦੇ ਖਤਮ ਨਹੀਂ ਹੁੰਦਾ, ਨਾ 10 ਦਿਨਾਂ 'ਚ, ਨਾ 12 'ਚ, ਨਾ 15 'ਚ, ਨਾ 1 ਮਹੀਨੇ 'ਚ। ਜਦੋਂ ਤੱਕ ਤੁਸੀਂ ਆਪਣੇ ਮਨ ਨੂੰ ਗੁਰੂ ਦੇ ਸ਼ਬਦਾਂ ਅਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਨਹੀਂ ਭਿਆਉਂਦੇ, ਜਿਚਰ ਸ਼ਬਦ ਨਾ ਭੀਜੈ ਹਰ ਕੇ ਨਾਏ, ਉਦੋਂ ਤੱਕ ਤੁਹਾਡਾ ਸੂਤਕ ਖਤਮ ਨਹੀਂ ਹੁੰਦਾ। ਸਭੋ ਸੂਤਕ ਜੇਤਾ ਮੋਹ ਆਕਾਰ, ਮਰ ਮਰ ਜੰਮੈ ਵਾਰੋ ਵਾਰ। ਜਿਹੜੇ ਮਨਮੁਖ ਹਨ ਉਹਨਾਂ ਦੇ ਲਈ ਇਹ ਸਾਰਾ ਹੀ ਸੰਸਾਰ ਸੂਤਕ ਹੈ। ਸਾਰੇ ਹੀ ਸੰਸਾਰਕ ਵਰਤਾਰੇ, ਸਾਰੇ ਹੀ ਸੰਸਾਰ ਦਾ ਮੋਹ ਉਹਨਾਂ ਦੇ ਲਈ ਸੂਤਕ ਹੈ, ਅਪਵਿੱਤਰ ਹੈ। ਤੇ ਇਸੇ ਅਪਵਿੱਤਰਤਾ ਦੇ ਵਿੱਚ ਉਹ ਵਾਰ-ਵਾਰ ਜੰਮਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ। ਹੁਣ ਦੇਖੋ, ਕਿਉਂਕਿ ਜੋ ਜੰਮਣ ਮਰਨ ਹੈ, ਜਿਸ ਪ੍ਰਕਾਰ ਕਿ ਅਸੀਂ ਜਨਮ ਮਰਨ ਦੇ ਗੇੜ ਵਾਲੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਬਿਆਨ ਕੀਤਾ ਹੈ, ਇਹ ਜਨਮ ਮਰਨ ਸਾਡੇ ਮਨ ਦੀਆਂ ਸਥਿਤੀਆਂ ਨੇ। ਜਦ ਅਸੀਂ ਦੁਖੀ ਹਾਂ ਤਾਂ ਮਰੇ ਹੋਏ ਹਾਂ, ਸੁਖੀ ਹਾਂ, ਖੁਸ਼ ਹਾਂ ਤਾਂ ਜਿਉਂਦੇ ਹਾਂ। ਤੇ ਹੁਣ ਜੇਕਰ ਅਸੀਂ ਬ੍ਰਾਹਮਣ ਦੀ ਵੀ ਉਦਾਹਰਨ ਲੈ ਲਈਏ ਤਾਂ ਮਨੂ ਸਮਿਰਤੀ ਦੇ ਅਨੁਸਾਰ 10 ਦਿਨਾਂ ਦੇ ਵਿੱਚ ਤੁਸੀਂ ਪਵਿੱਤਰ ਹੁੰਦੇ ਹੋ, ਜਨਮ ਜਾਂ ਮੌਤ ਤੋਂ ਬਾਅਦ। ਤੇ ਤੁਸੀਂ ਸੋਚ ਕੇ ਵੇਖੋ ਕਿ ਕੀ ਕੋਈ ਅਜਿਹਾ 10 ਦਿਨ ਦਾ ਸਮਾਂ ਕਿਸੇ ਵੀ ਮਨੁੱਖ ਦੀ ਜ਼ਿੰਦਗੀ 'ਚ ਹੋਏਗਾ ਜਦੋਂ ਉਹ ਇੱਕ ਹੀ ਮਾਨਸਿਕ ਹਾਲਤ ਦੇ ਵਿੱਚ ਹੋਵੇ। ਜਿਹੜਾ ਮਨੁੱਖ ਪ੍ਰਮਾਤਮਾ ਦੇ ਰਸਤੇ ਤੇ ਨਹੀਂ ਚੱਲਦਾ, ਜਿਹਨੇ ਪ੍ਰਮਾਤਮਾ ਨੂੰ ਡੂੰਘਾਈ ਦੇ ਨਾਲ ਨਹੀਂ ਜਾਣਿਆ ਹੋਇਆ, ਉਸ ਮਨੁੱਖ ਦੇ ਲਈ ਇਹ ਸੰਭਵ ਨਹੀਂ। ਸਾਡੇ ਗੁਰੂ ਸਾਹਿਬਾਨ ਜਿਹੜੇ ਪ੍ਰਮਾਤਮਾ ਦੇ ਬਹੁਤ ਨੇੜੇ ਸਨ, ਉਹਨਾਂ ਦੇ ਲਈ ਇਹ ਗੱਲ ਬਿਲਕੁਲ ਸੰਭਵ ਹੈ। ਉਹ ਤੇ ਸਥਿਰ ਅਵਸਥਾ ਵਿੱਚ ਸਨ, ਉਹਨਾਂ ਦੇ ਲਈ ਤੇ ਸੁੱਖ ਦੁੱਖ ਕੁਝ ਹੈ ਹੀ ਨਹੀਂ ਸੀ, ਉਹ ਤੇ ਸੰਪੂਰਨ ਤੌਰ ਤੇ ਪਵਿੱਤਰ ਸਨ। ਪਰ ਜੋ ਆਮ ਮਨੁੱਖ ਹੈ, ਜਿਹੜਾ ਹਰ ਰੋਜ਼ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਵਾਰ ਖੁਸ਼ ਹੁੰਦਾ ਹੈ, ਕਿੰਨੇ ਵਾਰ ਦੁਖੀ ਹੁੰਦਾ ਹੈ, ਕਦੇ ਗੁੱਸੇ ਹੋ ਜਾਂਦਾ ਹੈ, ਕਦੇ ਮਾਯੂਸ ਹੋ ਜਾਂਦਾ ਹੈ। ਅਸੀਂ ਤੇ ਇੱਕ ਦਿਨ ਦੇ ਵਿੱਚ ਵੱਖ-ਵੱਖ ਮਾਨਸਿਕ ਹਾਲਾਤਾਂ ਵਿੱਚੋਂ ਗੁਜ਼ਰਦੇ ਹਾਂ। ਤੇ 10 ਦਿਨ ਦਾ ਵੀ ਜੇ ਅਸੀਂ ਉਹ ਅਪਵਿੱਤਰ ਸਮਾਂ ਮੰਨੀਏ ਤੇ ਸਾਡਾ ਤਾਂ ਇਹ 10 ਦਿਨ ਦਾ ਸਮਾਂ ਕਦੇ ਖਤਮ ਹੋਣਾ ਹੀ ਨਹੀਂ। ਉਹੀ ਗੱਲ ਗੁਰੂ ਜੀ ਕਹਿ ਰਹੇ ਨੇ ਕਿ ਮਰ ਮਰ ਜੰਮੈ ਵਾਰੋ ਵਾਰ, ਸਭੋ ਸੂਤਕ ਜੇਤਾ ਮੋਹ ਆਕਾਰ। ਕਿ ਇਸ ਮੋਹ ਮਾਇਆ ਮੋਹ ਦੇ ਵਿੱਚ ਫਸੇ ਹੋਏ ਅਸੀਂ ਤੇ ਦਿਨ ਰਾਤ ਜੰਮਦੇ ਮਰਦੇ ਰਹਿੰਦੇ ਹਾਂ, ਤੇ ਸਾਡੇ ਲਈ ਤਾਂ ਸਦਾ ਹੀ ਸੂਤਕ ਹੈ। ਇਹ ਗੱਲ ਮਨਮੁਖ ਮਨੁੱਖਾਂ ਦੇ ਲਈ ਕਹੀ ਗਈ ਹੈ। ਤੁਸੀਂ ਗੁਰਮੁਖ ਹੋ, ਬਾਣੀ ਦੇ ਨਾਲ ਜੁੜੇ ਹੋਏ ਹੋ, ਹੌਲੀ ਹੌਲੀ ਉਸ ਪਰਮਾਤਮਾ ਦੇ ਨੇੜੇ ਹੁੰਦੇ ਜਾ ਰਹੇ ਹੋ, ਤੁਹਾਡਾ ਮਨ ਸਥਿਰ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਮਨ ਨੂੰ ਛੋਟੀ ਛੋਟੀ ਗੱਲ ਤੇ ਖੁਸ਼ ਜਾਂ ਦੁਖੀ ਹੋਣ ਤੋਂ ਹਟਾਉਣਾ ਹੈ, ਸਥਿਰ ਕਰਨਾ ਹੈ, ਤੇ ਫਿਰ ਅਸੀਂ ਆਪੇ ਹੀ ਸੂਤਕ ਤੋਂ ਬਾਹਰ ਹੋ ਜਾਵਾਂਗੇ। ਸੂਤਕ ਅਗਨ ਪਾਉਣਾ ਪਾਣੀ ਮਾਹੇ, ਸੂਤਕ ਭੋਜਨ ਜੇਤਾ ਕਿਛ ਖਾਹੇ। ਕਿ ਮਨਮੁਖ ਦੇ ਲਈ ਤਾਂ ਅਗਨੀ, ਪਾਣੀ, ਹਵਾ, ਭੋਜਨ ਜੋ ਕੁਝ ਵੀ ਉਹ ਛਕਦਾ ਹੈ ਸਭ ਹੀ ਅਪਵਿੱਤਰ ਹੈ, ਕਿਉਂਕਿ ਉਹਦਾ ਤੇ ਸਮਾਂ ਹੀ ਅਪਵਿੱਤਰ ਚੱਲਦਾ ਰਹਿੰਦਾ ਹੈ। ਸੂਤਕ ਕਰਮ ਨਾ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਏ। ਇਹ ਜੋ ਮਨਮੁਖ ਦਾ ਸੂਤਕ ਹੈ, ਅਪਵਿੱਤਰਤਾ ਹੈ, ਇਹਨੂੰ ਕੋਈ ਪੂਜਾ, ਕੋਈ ਕਰਮਕਾਂਡ ਪਵਿੱਤਰ ਨਹੀਂ ਕਰ ਸਕਦਾ। ਇੱਕ ਹੀ ਤਰੀਕਾ ਹੈ, ਨਾਮ ਰਤੇ ਮਨ ਨਿਰਮਲ ਹੋਏ। ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗ ਕੇ ਹੀ ਮਨ ਨੂੰ ਨਿਰਮਲ ਕੀਤਾ ਜਾ ਸਕਦਾ ਹੈ। ਸਤਿਗੁਰ ਸੇਵਿਆ ਸੂਤਕ ਜਾਏ, ਮਰੈ ਨਾ ਜਨਮੈ ਕਾਲ ਨਾ ਖਾਏ। ਸਤਿਗੁਰੂ ਦੀ ਸੇਵਾ ਕਰੀਏ ਤਾਂ ਪਵਿੱਤਰਤਾ ਹਾਸਲ ਹੁੰਦੀ ਹੈ, ਸੂਤਕ ਖਤਮ ਹੁੰਦਾ ਹੈ। ਫਿਰ ਅਸੀਂ ਮਨ ਨੂੰ ਸਥਿਰ ਕਰ ਲੈਂਦੇ ਹਾਂ, ਨਾ ਅਸੀਂ ਮਰਦੇ ਹਾਂ, ਨਾ ਜਨਮਦੇ ਹਾਂ, ਤੇ ਨਾ ਹੀ ਫਿਰ ਸੂਤਕ ਲੱਗਦਾ ਹੈ। ਕਿਉਂਕਿ ਸੂਤਕ ਤੇ ਲੱਗਣਾ ਹੀ ਉਦੋਂ ਹੈ ਜਦੋਂ ਜਨਮੋਗੇ ਜਾਂ ਮਰੋਗੇ। ਜਦ ਅਸੀਂ ਮਨ ਦਾ ਜਨਮ ਮਰਨ ਹੀ ਖਤਮ ਕਰ ਲਿਆ, ਆਤਮਿਕ ਮੌਤ ਤੋਂ ਅਸੀਂ ਆਪਣੇ ਆਪ ਨੂੰ ਛੁਡਾ ਲਿਆ, ਤੇ ਸੂਤਕ ਲੱਗੇਗਾ ਹੀ ਨਹੀਂ। ਸਾਸਤ ਸਿਮਰਤ ਸੋਧ ਦੇਖੋ ਕੋਏ,
ਬਿਨ ਨਾਵੈ ਕੋ ਮੁਕਤ ਨਾ ਹੋਏ। ਕਹਿੰਦੇ ਭਾਵੇਂ ਤੁਸੀਂ ਸ਼ਾਸਤਰ ਸਮਿਰਤੀਆਂ ਪੜ੍ਹ ਕੇ ਦੇਖ ਲਓ, ਵਿਚਾਰ ਕਰਕੇ ਦੇਖ ਲਵੋ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਸ ਸੂਤਕ ਤੋਂ, ਅਪਵਿੱਤਰਤਾ ਤੋਂ ਮੁਕਤੀ ਨਹੀਂ ਮਿਲਦੀ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ, ਕਲਮ ਹੈ ਗੁਰਮੁਖ ਉਤਰਸ ਪਾਰ। ਭਾਵੇਂ ਕੋਈ ਵੀ ਯੁੱਗ ਹੋਵੇ, ਹਰ ਯੁੱਗ ਦੇ ਵਿੱਚ ਗੁਰੂ ਜੀ ਕਹਿੰਦੇ ਕਿ ਗੁਰੂ ਦਾ ਸ਼ਬਦ ਵਿਚਾਰ ਕੇ ਤੇ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਉੱਤਮ ਬਣ ਸਕੀਦਾ ਹੈ। ਇਹ ਯੁੱਗ ਜੋ ਚੱਲ ਰਿਹਾ ਹੈ, ਜਿਹਨੂੰ ਕਲਯੁੱਗ ਕਿਹਾ ਜਾਂਦਾ ਹੈ, ਇਸ ਯੁੱਗ ਦੇ ਵਿੱਚ ਵੀ ਮਨੁੱਖ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ ਜੇਕਰ ਗੁਰੂ ਦੀ ਸ਼ਰਨ ਦੇ ਵਿੱਚ ਜਾ ਪਏ ਤਾਂ। ਸਾਚਾ ਮਰੈ ਨਾ ਆਵੈ ਜਾਏ, ਨਾਨਕ ਗੁਰਮੁਖ ਰਹੈ ਸਮਾਏ। ਉਹ ਪ੍ਰਮਾਤਮਾ ਜਿਹੜਾ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਜੀ ਕਹਿੰਦੇ ਕਿ ਉਹ ਨਾ ਮਰਦਾ ਹੈ ਨਾ ਜੰਮਦਾ ਹੈ, ਉਹ ਤੇ ਸਦਾ ਸਦਾ ਅਟੱਲ ਹੈ। ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੇ ਲੜ ਲੱਗ ਕੇ ਗੁਰਮੁਖ ਬਣ ਜਾਂਦਾ ਹੈ, ਉਹ ਉਸ ਪ੍ਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ ਹੈ। ਨਾਨਕ ਗੁਰਮੁਖ ਰਹੈ ਸਮਾਏ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 229ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਸਾਨੂੰ ਬੜੇ ਹੀ ਵਧੀਆ ਢੰਗ ਦੇ ਨਾਲ ਪਹਿਲਾਂ ਇਹ ਗੱਲ ਸਮਝਾਈ ਕਿ ਕਿਸ ਪ੍ਰਕਾਰ ਸਾਡਾ ਜੋ ਜਗਤ ਹੈ ਉਹ ਉਲਟਾ ਚੱਲਦਾ ਹੈ, ਕਿ ਜੋ ਮਾਇਆ ਦੇ ਰਸਤੇ 'ਤੇ ਹੈ ਉਹਨੂੰ ਉੱਤਮ ਸਮਝਦਾ ਹੈ ਤੇ ਜੋ ਪ੍ਰਮਾਤਮਾ ਦੇ ਰਸਤੇ 'ਤੇ ਚੱਲਦਾ ਹੈ ਉਹਨੂੰ ਗਿਆ ਗੁਜ਼ਰਿਆ ਸਮਝਦਾ ਹੈ। ਤੇ ਦੂਸਰੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਸੂਤਕ ਦੀ ਜੋ ਪ੍ਰਥਾ ਹੈ ਉਹਨੂੰ ਬੜੇ ਵਧੀਆ ਢੰਗ ਦੇ ਨਾਲ ਸਮਝਾਇਆ ਹੈ। ਕਈ ਵਾਰ ਤੇ ਕੁਝ ਪ੍ਰਥਾਵਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਹਾਸੋਹੀਣੀਆਂ ਹੀ ਲੱਗਦੀਆਂ ਨੇ। ਇੱਕ ਬੱਚੇ ਦਾ ਜਨਮ ਕਿਸ ਪ੍ਰਕਾਰ ਅਪਵਿੱਤਰ ਹੋ ਸਕਦਾ ਹੈ, ਸੋਚ ਕੇ ਵੀ ਸਮਝ ਦੇ ਵਿੱਚ ਨਹੀਂ ਪੈਂਦੀ ਇਹ ਗੱਲ। ਜਾਂ ਜੇ ਕਿਸੇ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਇਹਦੇ 'ਚ ਅਪਵਿੱਤਰਤਾ ਵਾਲੀ ਕਿਹੜੀ ਗੱਲ ਹੈ। ਇਹ ਵਰਤਾਰਾ ਤੇ ਉਸ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ। ਜੋ ਚੀਜ਼ ਬਣੀ ਹੈ ਜਾਂ ਜੋ ਜੀਵ ਜਨਮਿਆ ਹੈ ਉਹਨੇ ਮਰਨਾ ਵੀ ਹੈ। ਇਹ ਉਸ ਪ੍ਰਮਾਤਮਾ ਦਾ ਬਣਾਇਆ ਹੋਇਆ ਵਰਤਾਰਾ ਹੈ। ਇਹਦੇ 'ਚ ਪਵਿੱਤਰਤਾ ਜਾਂ ਅਪਵਿੱਤਰਤਾ ਵਾਲੀ ਕਿਹੜੀ ਗੱਲ ਹੈ। ਬੱਚੇ ਦੇ ਜਨਮ ਤੋਂ ਬਾਅਦ ਦੇ ਜੋ ਕੁਝ ਦਿਨ ਹੁੰਦੇ ਨੇ ਉਹਨਾਂ ਨੂੰ ਵਿਗਿਆਨਕ ਤੌਰ 'ਤੇ ਜੇਕਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੁਝ ਨਾ ਕੁਝ ਸੈਂਸ ਜ਼ਰੂਰ ਬਣਦੀ ਹੈ ਕਿ ਚਲੋ ਮਾਂ ਨੇ ਜਨਮ ਦਿੱਤਾ ਹੁੰਦਾ ਹੈ, ਸਰੀਰ ਕਸ਼ਟ ਦੇ ਵਿੱਚ ਹੁੰਦਾ ਹੈ ਤੇ ਉਹਦੇ ਲਈ ਕੋਈ ਵੀ ਕੰਮਕਾਰ ਕਰਨਾ ਜਾਂ ਤੁਰਨਾ ਫਿਰਨਾ ਬੜਾ ਮੁਸ਼ਕਲ ਹੁੰਦਾ ਹੈ। ਉਹਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ ਤਾਂ ਕੁਝ ਦਿਨ ਆਰਾਮ ਕਰਨ ਦੀ ਉਹਨੂੰ ਸਲਾਹ ਦੇਣੀ ਕੋਈ ਬੁਰੀ ਗੱਲ ਨਹੀਂ ਹੈ। ਪਰ ਉੱਥੇ ਵੀ ਅਸੀਂ ਦਿਨ ਮਿੱਥ ਨਹੀਂ ਸਕਦੇ। ਹਰ ਸਰੀਰ ਵੱਖਰਾ ਵੱਖਰਾ ਹੈ। ਕੋਈ ਔਰਤ ਤਕੜੀ ਵੀ ਹੋ ਸਕਦੀ ਹੈ, ਉਹ ਕੁਝ ਦਿਨਾਂ ਦੇ ਵਿੱਚ ਵੀ ਉਸ ਕਸ਼ਟ 'ਚੋਂ ਬਾਹਰ ਆ ਸਕਦੀ ਹੈ। ਕੋਈ ਕਮਜ਼ੋਰ ਹੋ ਸਕਦੀ ਹੈ ਜਿਹੜੀ ਨੂੰ ਉਸ ਕਸ਼ਟ ਦੇ ਵਿੱਚੋਂ ਬਾਹਰ ਆਉਣ ਦੇ ਵਿੱਚ ਕੁਝ ਹਫ਼ਤੇ ਵੀ ਲੱਗ ਸਕਦੇ ਨੇ। ਪਰ ਇਹਦੇ 'ਚ ਅਪਵਿੱਤਰਤਾ ਜਾਂ ਪਵਿੱਤਰਤਾ ਵਾਲੀ ਗੱਲ ਕੋਈ ਨਹੀਂ ਹੁੰਦੀ। ਅਸਲੀ ਸੂਤਕ ਜੋ ਗੁਰੂ ਜੀ ਨੇ ਸਾਨੂੰ ਸਮਝਾਇਆ ਉਹ ਸਾਡੀ ਮਨਮੁਖਤਾ ਹੈ, ਜਿਹਦੇ ਕਰਕੇ ਫਿਰ ਅਸੀਂ ਜਨਮ ਮਰਨ ਦੇ ਚੱਕਰਾਂ 'ਚ ਪਏ ਰਹਿੰਦੇ ਹਾਂ। ਅਤੇ ਜੇਕਰ ਇਸ ਪ੍ਰਥਾ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਅਸੀਂ ਕਦੇ ਸੂਤਕ ਦੇ ਵਿੱਚੋਂ ਬਾਹਰ ਆਉਂਦੇ ਹੀ ਨਹੀਂ। ਸੋ ਉਸ ਅਪਵਿੱਤਰਤਾ ਦੇ ਵਿੱਚੋਂ ਬਾਹਰ ਨਿਕਲਣ ਦੀ ਅਸੀਂ ਕੋਸ਼ਿਸ਼ ਕਰਨੀ ਹੈ। ਗੁਰੂ ਦੇ ਲੜ ਲੱਗ ਕੇ ਆਪਣੇ ਮਨ ਨੂੰ ਸਥਿਰ ਕਰਨਾ ਹੈ। ਬਾਣੀ ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਤੁਸੀਂ ਸਾਰੇ ਇਸੇ ਪ੍ਰਕਾਰ ਹੀ ਬਾਣੀ ਦੇ ਨਾਲ ਜੁੜੇ ਰਹੋ ਅਤੇ ਮੈਨੂੰ ਯਕੀਨ ਹੈ ਕਿ ਆਪਾਂ ਸਾਰੇ ਹੀ ਇੱਕ ਦਿਨ ਉਸ ਸਥਿਰਤਾ ਦੇ ਸਿਖਰ ਨੂੰ ਹਾਸਲ ਕਰ ਲਵਾਂਗੇ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।